A very warm wishes to all of you. So, today I would like to explain the concept of delegation and also delegation of authority. The next topic of organizing chapter. So, delegation means divide work in between the two or more people according to their qualification and experience. Now, with the help of delegation, I would like to explain the delegation of authority concept. So, delegation means divide work in between the organization employee, but authority means power. ਪਰ ਜਦੋਂ ਕੋਈ ਪਰਸਨ ਆਪਣੀ ਅਥਾਰਟੀ ਜਿਹੜੀ ਹੈ ਡਿਵਾਈਡ ਕਰ ਦਿੰਦਾ ਹੈ ਇਨ ਬਿਟਵੀਨ ਦ ਟੂ ਔਰ ਮੋਰ ਪੀਪਲ, ਉਹਨੂੰ ਕੀ ਕਿਹਾ ਜਾਂਦਾ ਹੈ? ਡੈਲੀਗੇਸ਼ਨ ਆਫ ਅਥਾਰਟੀ। Meaning, it means the granting of authority to subordinate to operate within the prescribed limit. Delegation of authority means ਜਦੋਂ ਕੋਈ ਮੈਨੇਜਰ ਆਪਣੀ ਅਥਾਰਟੀ ਜਿਹੜੀ ਆ ਉਹ ਆਪਣੇ ਸਬਆਰਡੀਨੇਟ ਨੂੰ ਕਿਸੇ ਪ੍ਰੈਸਕ੍ਰਾਈਬਡ ਟਾਈਮ ਵਾਸਤੇ ਕਿਸੇ ਸਪੈਸੀਫਾਈਡ ਲਿਮਿਟ ਆਫ ਟਾਈਮ ਵਾਸਤੇ ਆਪਰੇਟ ਕਰ ਦਿੰਦਾ ਆ, ਡੈਲੀਗੇਟ ਕਰ ਦਿੰਦਾ ਆ, ਉਹਨੂੰ ਕੀ ਕਿਹਾ ਜਾਂਦਾ ਆ? ਡੈਲੀਗੇਸ਼ਨ ਆਫ ਅਥਾਰਟੀ। Even in every organization, managers are assigned a lot of work, and manager alone can't perform all the work. So that's why managers divide the work among different individuals according to their qualification and according to their experience, so that they can easily achieve the target of the organization. So the manager who delegate authority hold his subordinate responsibility for proper performance of the assigned task. ਮੈਨੇਜਰ ਜਿਹੜਾ ਡੈਲੀਗੇਟ ਕਰਦਾ ਹੈ ਅਥਾਰਟੀ ਟੂ ਦ ਸਬਆਰਡੀਨੇਟ, ਉਹ ਰਿਸਪੋਂਸੀਬਲ ਵੀ ਹੁੰਦਾ ਹੈ ਕਿ ਜਿਹੜੇ ਸਬਆਰਡੀਨੇਟਸ ਹੈ ਉਹ ਆਪਣਾ ਵਰਕ ਜਿਹੜਾ ਆ ਉਹਨੂੰ ਕਿਸ ਤਰੀਕੇ ਦੇ ਨਾਲ ਕੰਪਲੀਟ ਕਰਨਗੇ। ਐਂਡ ਆਲਸੋ ਮੈਨੇਜਰ ਟੂ ਮੇਕ ਸ਼ੋਰ ਦੈਟ ਹਿਜ਼ ਸਬਆਰਡੀਨੇਟ ਪਰਫਾਰਮ ਆਲ ਦਾ ਵਰਕ ਇਫੈਕਟਿਵਲੀ ਐਂਡ ਐਫੀਸ਼ੀਐਂਸੀ। ਸੋ ਜਿਹੜਾ ਮੈਨੇਜਰ ਹੁੰਦਾ ਆ ਉਹ ਈਵਨ ਕਿ ਜਿਹੜਾ ਸਬਆਰਡੀਨੇਟਸ ਜਿਨ੍ਹਾਂ ਨੂੰ ਉਹਨੇ ਆਪਣੀ ਅਥਾਰਟੀ ਦਿੱਤੀ ਹੁੰਦੀ ਆ, ਅਥਾਰਟੀ ਵਾਸਤੇ ਤਾਂ ਉਹ ਰਿਸਪੋਂਸੀਬਲ ਹੁੰਦਾ ਹੈ ਕਿ ਉਹਨੇ ਸਬਆਰਡੀਨੇਟਸ ਨੂੰ ਅਥਾਰਟੀ ਪ੍ਰੋਵਾਈਡ ਕਰਵਾਈ ਆ। ਈਵਨ ਉਹਨੇ ਇਹ ਵੀ ਟਾਈਮ ਟੂ ਟਾਈਮ ਦੇਖਣਾ ਪੈਂਦਾ ਹੈ ਕਿ ਜਿਹੜੇ ਸਬਆਰਡੀਨੇਟਸ ਨੂੰ ਉਹਨੇ ਆਪਣੀ ਅਥਾਰਟੀ ਪ੍ਰੋਵਾਈਡ ਕਰਵਾਈ ਆ ਕਿ ਉਹ ਇਫੈਕਟਿਵਲੀ ਅਤੇ ਐਫੀਸ਼ੀਐਂਟਲੀ ਵਰਕ ਕਰਦੇ ਪਏ ਨੇ। ਸੋ ਹੀਅਰ ਇਟ ਇਜ਼ ਦ ਅਕਾਊਂਟੇਬਿਲਿਟੀ ਆਫ ਦਾ ਮੈਨੇਜਰ ਕਿ ਉਹਨੇ ਕਿਸ ਤਰੀਕੇ ਦੇ ਨਾਲ ਅਥਾਰਟੀ ਪਾਸ ਕਰਕੇ ਪੀਪਲਸ ਕੋਲੋਂ ਵਰਕ ਜਿਹੜਾ ਆ ਉਹਨੂੰ ਡਨ ਕਰਵਾਉਣਾ ਹੈ। ਸੋ ਅਕਾਊਂਟੇਬਿਲਿਟੀ ਦਾ ਮਤਲਬ ਹੁੰਦਾ ਹੈ ਬੇਟਾ ਜੀ ਆਨਸਰੇਬਲ। ਜਿਸ ਪਰਸਨ ਦਾ ਵਰਕ ਆ ਆਨਸਰੇਬਲ ਉਹੀ ਹੋਏਗਾ, ਓਕੇ, ਦੂਸਰਾ ਪਰਸਨ ਆਨਸਰੇਬਲ ਨਹੀਂ ਹੋਏਗਾ। ਸਪੋਜ਼ ਮੈਨੇਜਰ ਨੇ ਆਪਣੀ ਅਥਾਰਟੀ ਪਾਸ ਕਰ ਦਿੱਤੀ ਟੂ ਦਾ ਸਬਆਰਡੀਨੇਟ ਕਿ ਉਹ ਵਰਕ ਜਿਹੜਾ ਆ ਉਹਨੂੰ ਵਿਦਿਨ ਅ ਮੰਥ ਕੰਪਲੀਟ ਕਰਨਗੇ, ਬਟ ਜਿਹੜੇ ਸਬਆਰਡੀਨੇਟਸ ਨੇ ਉਹ ਫੇਲ ਹੋ ਜਾਂਦੇ ਨੇ, ਉਹ ਵਿਦਿਨ ਅ ਮੰਥ ਵਰਕ ਜਿਹੜਾ ਉਹਨੂੰ ਕੰਪਲੀਟ ਨਹੀਂ ਕਰ ਪਾਉਂਦੇ, ਤਾਂ ਆਨਸਰੇਬਲ ਮੈਨੇਜਰ ਹੋਏਗਾ, ਸਬਆਰਡੀਨੇਟਸ ਨਹੀਂ ਹੋਣਗੇ। ਓਕੇ, ਸੋ ਨੈਕਸਟ ਦੈਟ ਇਜ਼ ਅ ਐਲੀਮੈਂਟ ਆਫ ਡੈਲੀਗੇਸ਼ਨ। ਐਲੀਮੈਂਟ ਆਫ ਡੈਲੀਗੇਸ਼ਨ ਇੱਥੇ ਬੇਟੇ 3 ਐਲੀਮੈਂਟਸ ਹੁੰਦੇ ਨੇ। ਫਸਟ ਅਥਾਰਟੀ, ਰਿਸਪੋਂਸੀਬਿਲਿਟੀ ਐਂਡ ਅਕਾਊਂਟੇਬਿਲਿਟੀ। ਅਥਾਰਟੀ ਕੀ ਹੁੰਦਾ ਆ? power of taking decision in order to guide the activities of other. authority means power। ਜਦੋਂ ਅਸੀਂ ਕੋਈ ਕੰਮ ਨੂੰ ਕਰਦੇ ਹਾਂ ਤਾਂ ਉਸ ਕੰਮ ਨੂੰ ਕਰਨ ਵਾਸਤੇ ਜਿਹੜੇ ਅਸੀਂ ਡੇ ਬਾਏ ਡੇ ਡਿਸੀਜ਼ਨਸ ਲੈਣੇ ਹੁੰਦੇ ਆ, ਉਹਨਾਂ ਡਿਸੀਜ਼ਨ ਵਾਸਤੇ ਅਥਾਰਟੀ ਜਿਹੜੀ ਆ ਉਹ ਸਾਡੇ ਵਾਸਤੇ ਹੈਲਪਫੁਲ ਹੁੰਦੀ ਆ, ਸੋ ਦੈਟ ਕਿ ਅਸੀਂ ਕਿਸੇ ਪਰਸਨ ਨੂੰ ਆਪਣੇ ਕੋਲੋਂ ਕੰਮ ਕਰਵਾ ਸਕੀਏ, ਅਸੀਂ ਕਿਸੇ ਪਰਸਨ ਨੂੰ ਕੰਡਕਟ ਕਰ ਸਕੀਏ। ਓਕੇ, ਉਹਨੂੰ ਕੀ ਕਿਹਾ ਜਾਂਦਾ ਆ? ਅਥਾਰਟੀ। ਦ ਪਾਵਰ ਆਫ ਟੇਕਿੰਗ ਡਿਸੀਜ਼ਨ ਇਨ ਆਰਡਰ ਟੂ ਗਾਈਡ ਦ ਐਕਟੀਵਿਟੀਜ਼ ਆਫ ਅਦਰ। ਜਦੋਂ ਅਸੀਂ ਦੂਸਰੇ ਪਰਸਨ ਦੀਆਂ ਐਕਟੀਵਿਟੀਜ਼ ਨੂੰ ਗਾਈਡ ਕਰਨਾ ਹੁੰਦਾ ਆ, ਉਹਨਾਂ ਗਾਈਡ ਕਰਨ ਵਾਸਤੇ ਜਿਹੜੇ ਅਸੀਂ ਡਿਸੀਜ਼ਨ ਲੈਣੇ ਹੁੰਦੇ ਆ, ਉਹਨਾਂ ਦੀ ਪਾਵਰ ਨੂੰ ਕੀ ਕਿਹਾ ਜਾਂਦਾ ਹੈ ਬੇਟਾ ਜੀ? ਅਥਾਰਟੀ। ਅਥਾਰਟੀ ਇਜ਼ ਦੇਟ ਪਾਵਰ ਵਿਚ ਇਨਫਲੂਐਂਸ ਦਾ ਕੰਡਕਟ ਆਫ ਅਦਰ। ਈਵਨ ਅਥਾਰਟੀ ਉਹ ਪਾਵਰ ਹੁੰਦੀ ਹੈ ਜਿਹੜੀ ਕਿ ਦੂਸਰੇ ਪਰਸਨ ਨੂੰ ਵੀ ਕੰਮ ਕਰਨ ਵਾਸਤੇ ਉਤਸ਼ਾਹਿਤ ਕਰਦੀ ਹੈ। ਅਗਰ ਸਾਡੇ ਕੋਲ ਅਥਾਰਟੀ ਹੋਏਗੀ ਤਾਂ ਅਸੀਂ ਈਜ਼ੀਲੀ ਆਪਣਾ ਵਰਕ ਜਿਹੜਾ ਉਹਨੂੰ ਕੰਪਲੀਟ ਕਰ ਪਾਵਾਂਗੇ, ਅਤੇ ਦੂਸਰੇ ਪਰਸਨ ਵੀ ਸਾਡੇ ਵੱਲ ਵੇਖ ਕੇ ਹੋਰ ਇਨਫਲੂਐਂਸ ਹੋਣਗੇ ਕਿ ਅਸੀਂ ਵੀ ਆਪਣੀ ਅਥਾਰਟੀ ਦੇ ਥਰੂ ਵਰਕ ਜਿਹੜਾ ਉਹਨੂੰ ਕਰ ਸਕਦੇ ਹਾਂ। ਐਂਡ ਦ ਰਿਸਪੋਂਸੀਬਿਲਿਟੀ, ਇਟ ਇਜ਼ ਦ obligation। obligation means duty। It is the obligation of a subordinate to proper perform the assigned duty.
ਰਿਸਪੌਂਸਿਬਿਲਿਟੀ ਇੱਕ ਡਿਊਟੀ ਹੁੰਦੀ ਹੈ ਬੇਟਾ ਕਿਹਦੀ ਸਬਆਰਡੀਨੇਟ ਦੀ ਕਿ ਜਿਹੜਾ ਵਰਕ ਉਹਨਾਂ ਨੂੰ ਅਸਾਈਨ ਕੀਤਾ ਗਿਆ ਹੈ ਉਸ ਵਰਕ ਨੂੰ ਨਾ ਪ੍ਰੋਪਰ ਵੇ ਦੇ ਨਾਲ ਇਫੈਕਟਿਵਲੀ ਐਫੀਸ਼ੀਐਂਟਲੀ ਕੰਪਲੀਟ ਕਰਨਾ ਹੈ। When a superior issue order, it becomes the responsibility of the subordinate to carry it out. ਜਦੋਂ superior order issue ਕਰਦਾ ਹੈ to the subordinate ਕਿ ਤੁਹਾਨੂੰ ਇਹ work ਜਿਹੜਾ ਇੰਨੇ time ਦੇ ਵਿੱਚ complete ਕਰਨਾ ਪਏਗਾ, that are the responsibility of the subordinate ਕਿ ਉਹਨੇ ਉਹ work ਨੂੰ within prescribed limit complete ਕਰਨਾ ਹੈ। Then next element that is the accountability, ਜਿਹੜਾ ਬੇਟੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ। Accountability means answerable. When a superior assigns some work to the subordinate, he is answerable to his superior for its success or failure. ਜਿਹੜਾ ਸੁਪੀਰੀਅਰ ਆ ਬੇਟੇ ਜਦੋਂ ਆਪਣਾ ਵਰਕ ਜਿਹੜਾ ਅਸਾਈਨ ਕਰ ਦਿੰਦਾ ਸਬਆਰਡੀਨੇਟ ਨੂੰ, ਸਬਆਰਡੀਨੇਟ ਸੁਪੀਰੀਅਰ ਨੂੰ ਆਨਸਰੇਬਲ ਹੁੰਦਾ ਆ ਕਿ ਉਹਨੇ ਆਪਣਾ ਕੰਮ ਵਿਦਿਨ ਪ੍ਰਸਕ੍ਰਾਈਬ ਲਿਮਿਟ ਕੰਪਲੀਟ ਕੀਤਾ ਆ ਜਾਂ ਨਹੀਂ ਕੀਤਾ। ਅਗਰ ਕਰ ਲਿੱਤਾ ਆ ਵੈਲ ਐਂਡ ਗੁੱਡ, ਅਗਰ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ। ਸਬਆਰਡੀਨੇਟ ਓਨਲੀ ਅਕਾਊਂਟੇਬਲ ਹੋਏਗਾ ਟੂ ਦਾ ਸੁਪੀਰੀਅਰ, ਬਟ ਸੁਪੀਰੀਅਰ ਕਿਹਦੇ ਵਾਸਤੇ ਉਸ ਵਰਕ ਵਾਸਤੇ ਅਕਾਊਂਟੇਬਲ ਹੋਏਗਾ ਟੌਪ ਲੈਵਲ ਮੈਨੇਜਮੈਂਟ। ਓਕੇ ਸੋ ਬੇਟਾ ਜੀ delegation of authority means divide the task between the different people. Task 1 एक person ਨੂੰ divide ਕਰ ਦਿੱਤਾ, task 2 second person ਨੂੰ ਦੇਤਾ, task 3 third person ਨੂੰ ਦੇਤਾ। For example, this is a superior, okay, so these all are the subordinate जिन्हों ने work perform करना है which are assigned by the superior. Okay, so this is the diagram of the delegation of authority. Delegation means ਜਦੋਂ ਅਸੀਂ ਆਪਣਾ ਵੱਖਰਾ ਕੰਮ ਵੱਖਰੇ people ਨੂੰ divide ਕਰ ਦਿੰਦੇ ਹਾਂ। ਉਸ ਤੋਂ ਬਾਅਦ ਬੇਟਾ ਜੀ ਆਉਂਦੇ ਆ ਪ੍ਰਿੰਸੀਪਲ ਆਫ ਐਬਸੋਲਿਊਟਨੈਸ ਆਫ ਅਕਾਊਂਟੇਬਿਲਿਟੀ। ਪ੍ਰਿੰਸੀਪਲ ਆਫ ਐਬਸੋਲਿਊਟਨੈਸ ਆਫ ਅਕਾਊਂਟੇਬਿਲਿਟੀ ਅਸੀਂ ਕਿਹਾ ਕਿ ਸੁਪੀਰੀਅਰ ਨੇ ਸਬਆਰਡੀਨੇਟ ਨੂੰ ਵਰਕ ਡਿਵਾਈਡ ਕੀਤਾ ਤਾਂ ਸਬਆਰਡੀਨੇਟ ਅਕਾਊਂਟੇਬਲ ਹੋਏਗਾ ਟੂ ਦਾ ਸੁਪੀਰੀਅਰ ਕਿ ਉਹਨੇ ਕੰਮ ਕੀਤਾ ਆ ਜਾਂ ਨਹੀਂ ਕੀਤਾ। ਬਟ ਐਬਸੋਲਿਊਟਨੈਸ ਆਫ ਅਕਾਊਂਟੇਬਿਲਿਟੀ ਦਾ ਮਤਲਬ ਕੀ ਹੁੰਦਾ ਹੈ ਰਾਜੇ ਕਿ ਜਿਹੜਾ ਕੰਮ ਜਿਸ ਪਰਸਨ ਨੂੰ ਟੌਪ ਲੈਵਲ ਮੈਨੇਜਮੈਂਟ ਨੇ ਦਿੱਤਾ ਆ ਉਹੀ ਅਕਾਊਂਟੇਬਲ ਹੋਏਗਾ ਵਰਕ ਵਾਸਤੇ, ਕੋਈ ਦੂਸਰਾ ਪਰਸਨ ਅਕਾਊਂਟੇਬਲ ਨਹੀਂ ਹੋਏਗਾ। ਫॉर एग्जांपल ਅਗਰ ਮਾਰਕੀਟਿੰਗ ਮੈਨੇਜਰ ਨੂੰ ਚੀਫ ਐਗਜ਼ੀਕਿਊਟਰ ਨੇ ਅਸਾਈਨ ਕੀਤਾ ਆ ਵਰਕ ਕਿ ਉਹਨੇ ਵਿਦਿਨ ਦੈਟ ਮਚ ਟਾਈਮ 100 ਯੂਨਿਟ ਪਰ ਡੇ ਜਿਹੜੇ ਆ ਪ੍ਰੋਡਕਸ਼ਨ ਜਿਹੜੀ ਕਰਨੀ ਆ, ਤਾਂ ਮੈਨੇਜਰ ਮਾਰਕੀਟਿੰਗ ਮੈਨੇਜਰ ਹੀ ਉਹਦੇ ਵਾਸਤੇ ਅਕਾਊਂਟੇਬਲ ਹੋਏਗਾ ਚਾਹੇ ਉਹ ਕਿਸੇ ਵੀ ਪਰਸਨ ਕੋਲੋਂ ਕੰਮ ਜਿਹੜਾ ਇਹਨੂੰ ਕਰਵਾ ਲੇ। okay, so authority can be delegated but responsibility accountability can not be delegated by the manager. ਅਥਾਰਟੀ ਜਿਹੜੀ ਉਹਨੂੰ ਅਸੀਂ ਡੈਲੀਗੇਟ ਕਰ ਸਕਦੇ ਹਾਂ ਟੂ ਦਾ ਸਬਆਰਡੀਨੇਟ, ਬਟ ਰਿਸਪੌਂਸਿਬਿਲਿਟੀ ਅਤੇ ਅਕਾਊਂਟੇਬਿਲਿਟੀ ਨੂੰ ਅਸੀਂ ਕਦੀ ਵੀ ਡੈਲੀਗੇਟ ਨਹੀਂ ਕਰ ਸਕਦੇ ਟੂ ਦਾ ਸਬਆਰਡੀਨੇਟ ਬਾਈ ਦਾ ਮੈਨੇਜਰ। Authority granted to a subordinate can be taken back and re-delegated to another person. ਅਥਾਰਟੀ ਗ੍ਰਾਂਟਡ ਬੇਟੇ ਜਿਹੜੀ ਇੱਕ ਵਾਰੀ ਅਥਾਰਟੀ ਇੱਕ ਸਬਆਰਡੀਨੇਟ ਨੂੰ ਦੇ ਦਿੱਤੀ ਗਈ ਹੈ ਉਹ ਅਸੀਂ ਉਹਦੇ ਕੋਲੋਂ ਦੁਬਾਰਾ ਵਾਪਸ ਲੈ ਕੇ ਦੂਸਰੇ ਪਰਸਨ ਨੂੰ ਵੀ ਅਸਾਈਨ ਕਰ ਸਕਦੇ ਹਾਂ। ਕਿਉਂਕਿ ਉਹ ਕੰਮ ਕਰਨ ਦਾ ਪੂਰੀ ਜ਼ਿੰਮੇਵਾਰੀ ਕਿਹਦੀ ਹੁੰਦੀ ਆ ਸੁਪੀਰੀਅਰ ਦੀ। ਅਗਰ ਉਹਨੂੰ ਲੱਗਦਾ ਕਿ ਇੱਕ ਸਬਆਰਡੀਨੇਟ ਪ੍ਰੋਪਰ ਵਰਕ ਨਹੀਂ ਕਰਦੇ ਪਏ ਤਾਂ ਉਹ ਦੂਸਰੇ ਸਬਆਰਡੀਨੇਟ ਨੂੰ ਉਹ ਕੰਮ ਜਿਹੜਾ ਆ ਅਸਾਈਨ ਕਰ ਸਕਦੇ ਨੇ। The manager cannot escape from the responsibility for any default or mistake on the part of his subordinate. ਮੈਨੇਜਰ ਕਦੀ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਹਟੇਗਾ ਕਿ ਉਹਨੇ ਰਿਸਪੌਂਸਿਬਿਲਿਟੀ ਜੇਕਰ ਨਹੀਂ ਕੰਪਲੀਟ ਕੀਤੀ ਤੇ ਉਹ ਕਿਉਂ ਨਹੀਂ ਕੀਤੀ, ਉਹ ਕਦੀ ਵੀ ਸਿਊ ਸਬਆਰਡੀਨੇਟ ਨੂੰ ਨਹੀਂ ਕਰੇਗਾ। ਸੁਪੀਰੀਅਰ ਮੈਨੇਜਰ ਖੁਦ ਰਿਸਪੌਂਸਿਬਲ ਹੋਏਗਾ ਅਗਰ ਉਹਦਾ ਵਰਕ ਜਿਹੜਾ ਟਾਈਮ ਦੇ ਉੱਪਰ ਕੰਪਲੀਟ ਨਹੀਂ ਹੋਇਆ ਤਾਂ। For example, if the chief executive asks marketing manager to achieve a sale target of sales of 100 unit per day, chief executive ਨੇ marketing manager ਨੂੰ ਆਖਿਆ ਕਿ ਸੇਲ ਟਾਰਗੇਟ ਤੁਹਾਡਾ ਆ 100 units per day. The marketing manager delegate this task to the deputy sales manager, but marketing manager ਨੇ deputy sale manager ਨੂੰ task ਜਿਹੜਾ ਆ ਉਹ assign ਕਰ ਦਿੱਤਾ who failed to achieve the target, ਜਿਹੜਾ ਕਿ टारगेट ਨੂੰ ਅਚੀਵ ਨਹੀਂ ਕਰ ਪਾਇਆ। then marketing manager will be answerable for the work performed his subordinate.
तो इत्थे आंसरेबल कौन होएगा? मार्केटिंग मैनेजर, नॉट डिप्टी सेल्स मैनेजर। सबऑर्डिनेट कभी भी अकाउंटेबल नहीं हुंदा। अकाउंटेबल कौन होएगा? मार्केटिंग मैनेजर। दस अकाउंटेबिलिटी इज़ ऑलवेज ऑफ अ पर्सन हु डेलीगेट अथॉरिटी। अकाउंटेबिलिटी उस पर्सन की होंदी है जिन्हें डेलीगेट की अथॉरिटी टू द सबऑर्डिनेट। इत्थे बेटे डिप्टी सेल्स मैनेजर जिहड़ा आ, डिप्टी सेल्स मैनेजर जिहड़ा मार्केटिंग मैनेजर वास्ते अकाउंटेबल होएगा, तो मार्केटिंग मैनेजर जिहड़ा आ चीफ एग्जीक्यूटिव नूं अकाउंटेबल होएगा। ओके, सो हीयर इन द फिगर नीचे दिता होया बेटे तुहानूं दा प्रोसैस ऑफ डेलीगेशन। सब तो पहलां ते असाइन की जाती है ड्यूटी टू द सबऑर्डिनेट। उस तो बाद उन्होंने असाइन की जाती है, उन्होंने दिती जाती है अथॉरिटी कि वह वर्क जिहड़ा कोई भी वर्क करने वास्ते डिसीजन जिहड़े वो ईजीली लै सकन। उस तो बाद क्रिएशन ऑफ अकाउंटेबिलिटी। अकाउंटेबिलिटी क्रिएट की जाती है कि अगर सक्सैस हुई है वधिया है, जेकर फेलियर हो गई है तो क्या क्यों हुई है। ओके, स्टैप 1 असाइनिंग रिस्पॉन्सिबिलिटी, मैनेजर सबऑर्डिनेट नूं असाइन करता है। स्टैप 2 ग्रांटिंग अथॉरिटी, मैनेजर सबऑर्डिनेट नूं ग्रांट करता है अथॉरिटी। स्टैप 3 क्रिएटिंग अकाउंटेबिलिटी, प्रोसैस ऑफ डेलीगेशन ऑफ अथॉरिटी अकाउंटेबिलिटी, मैनेजर जिहड़ा आ सबऑर्डिनेट नूं अथॉरिटी दे देगा, रिस्पॉन्सिबिलिटी असाइन करेगा, बट अकाउंटेबल खुद होएगा फॉर द फेलियर ऑफ द वर्क। सो here is the difference between authority, responsibility and accountability. Basic bit, first of all meaning, right to command। authority जिहड़ी है right to command किसी दे दित्तियां authority जिहड़ी provide हुंदी है subordinate नूं। responsibility obligation to perform on assigned task। रिस्पॉन्सिबिलिटी इट इज़ द ड्यूटी कि जिहड़ा असाइन किया गया सानू टास्क असी उन्होंने कंप्लीट करना। तो अकाउंटेबिलिटी फॉर द आउटकम ऑफ द असाइनिंग टास्क। आउटकम मीनस वैदर देयर इज़ अ सक्सैस और फेलियर। ओके, सो रीजन अराइज फ्रॉम फॉर्मल पोजीशन। अथॉरिटी अराइज होंदी है बेटे फॉर्मल पोजीशन तो, सुपीरियर सबऑर्डिनेट नूं देगा। ओके, अराइज फ्रॉम डेलीगेशन ऑफ अथॉरिटी, तो रिस्पॉन्सिबिलिटी अथॉरिटी तो अराइज होंदी है। अगर असी अथॉरिटी दिती है दैन जिहड़ा सबऑर्डिनेट है रिस्पॉन्सिबल होएगा वर्क वास्ते। अराइज फ्रॉम रिस्पॉन्सिबिलिटी, अकाउंटेबल कौन होएगा? जिहदे को रिस्पॉन्सिबिलिटी होएगी। जिस पर्सन ने काम जिहड़ा आ कंप्लीट करवाना आ उही पर्सन जिहड़ा रिस्पॉन्सिबिलिटी वास्ते अकाउंटेबल होएगा। फ्लो अथॉरिटी फ्लो विट इज स्टार्ट होंदा है डाउनवर्ड, सुपीरियर टू सबऑर्डिनेट, बट रिस्पॉन्सिबिलिटी अपवर्ड है, सबऑर्डिनेट टू सुपीरियर। तो इवें अकाउंटेबिलिटी भी अपवर्ड है, सबऑर्डिनेट टू सुपीरियर। सो विड्रॉल कैन बी विड्रॉल एनी टाइम बाय गिविंग नोटिस। कदों भी असी दूसरे पर्सन कोलों ओदी अथॉरिटी जिहड़ी नूं ले सकते हैं। कैन बी विड्रॉ वंस क्रिएटेड, तो रिस्पॉन्सिबिलिटी सिर्फ इक्को बारी असी कैन नॉट बी विड्रॉल वंस क्रिएटेड। जदों असी एक बारी पर्सन नूं रिस्पॉन्सिबिलिटी दे देती तो असी उन्होंने वापस नहीं ले सकते। कैन नॉट बी विड्रॉल वंस क्रिएटेड। तो अकाउंटेबिलिटी भी आंसरेबल भी वही रहेगा पर्सन जिस पर्सन नूं असी एक बारी जिम्मेवारी जिहड़ी वो दे चुके हैं। ओके, सो दिस इज़ द डायग्राम बेटे जिमें कि इत्थे इन्होंने शो किया आ। इज़ द सुपीरियर, ये सुपीरियर किसी भी सबऑर्डिनेट नूं अथॉरिटी जिहड़ी आ वो प्रोवाइड करवा सकता है। गॉट इट। सो सुपीरियर जिहड़ा आ ईजीली अपने सबऑर्डिनेट नूं कमांड दे सकता है, तो जिस पर्सन ने उन्हें अथॉरिटी दी है वही रिस्पॉन्सिबल होएगा फॉर द सक्सैस और फेलियर ऑफ द ऑर्गेनाइजेशन टारगेट। ओके, सो बेटा जी नेक्स्ट इज़ द इम्पोर्टेंस ऑफ द डेलीगेशन ऑफ अथॉरिटी। डेलीगेशन ऑफ अथॉरिटी दी इंपॉर्टेंस की ने। फर्स्ट ऑफ ऑल रिडक्शन ऑफ एग्जीक्यूटिव वर्कलोड। देखो बेटे जदों पार्ट्स के विच वर्क जिहड़ा आ डेली रूटीन दे विच असीं डिवाइड कर दिंदे आ इन बिटवीन द वर्कर, तां इहदे नाल जिहड़ा वर्कलोड है सुपीरियर दा भी घट जांदा है ते एज वैल एज सबऑर्डिनेट दा भी वर्क जिहड़ा आ वो घट जांदा है। इट रिड्यूस द वर्कलोड ऑफ ऑफिसर, they can thus utilize their time in more important and creative work instead of work of daily routine। ਜਦੋਂ ਇੱਕ ਸੁਪੀਰੀਅਰ ਆਪਣਾ ਵਰਕ ਸਬਆਰਡੀਨੇਟ ਨੂੰ ਡਿਵਾਈਡ ਕਰ ਦਿੰਦਾ ਹੈ ਤੇ ਉਹ ਫਿਰ ਇੰਪੋਰਟੈਂਟ ਵਰਕ ਦੇ ਵੱਲ ਜ਼ਿਆਦਾ ਧਿਆਨ ਦੇ ਸਕਦਾ ਹੈ ਇੰਸਟੈਡ ਆਫ ਡੇਲੀ ਰੂਟੀਨ ਵਰਕ। ਓਕੇ, second that is the employee development।
ਇੰਪਲੋਈ ਡਿਵੈਲਪਮੈਂਟ ਬੇਟੇ ਕਿ ਇਹਦੇ ਨਾਲ ਜਦੋਂ ਸੁਪੀਰੀਅਰ ਆਪਣਾ ਵਰਕ ਜਿਹੜਾ ਹੈ ਅਥਾਰਟੀ ਜਿਹੜੀ ਹੈ ਡਿਵਾਈਡ ਕਰ ਦਿੰਦਾ ਹੈ ਟੂ ਦਾ ਸਬਆਰਡੀਨੇਟ, ਤੇ ਇੰਪਲੋਈ ਦੇ ਵਿੱਚ ਬਹੁਤ ਸਾਰੀਆਂ ਆਪਰਚੁਨਿਟੀਜ਼ ਉਹਨਾਂ ਨੂੰ ਮਿਲ ਜਾਂਦੀਆਂ ਆ ਕਿ ਉਹ ਆਪਣੇ ਟੈਲੈਂਟ ਨੂੰ, ਆਪਣੀਆਂ ਸਕਿੱਲਸ ਨੂੰ, ਆਪਣੀ ਕ੍ਰੀਏਟੀਵਿਟੀ ਨੂੰ ਪਰਫਾਰਮ ਕਰਕੇ ਹਰ ਇੱਕ ਟਾਸਕ ਨੂੰ ਈਜ਼ੀਲੀ ਕੰਪਲੀਟ ਕਰਕੇ ਤੇ ਆਪਣੀ ਡਿਵੈਲਪਮੈਂਟ ਜਿਹੜੀ ਆ ਆਰਗੇਨਾਈਜੇਸ਼ਨ ਦੇ ਵਿੱਚ ਵੀ ਕਰ ਸਕੇ, ਈਵਨ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਵੀ ਕਰ ਸਕਣ। Employee get more opportunity to utilize their task, which allow them to develop those skills which we enable them to perform complex tasks. ਈਜ਼ੀਲੀ ਉਹ ਕੋਈ ਵੀ ਟਾਸਕ ਜਿਹੜਾ ਉਹਨੂੰ ਕੰਪਲੀਟ ਕਰਕੇ ਆਪਣੀਆਂ ਸਕਿੱਲਸ ਨੂੰ ਯੂਜ਼ ਕਰਕੇ ਤੇ ਜ਼ਿਆਦਾ ਕ੍ਰੀਏਟੀਵਿਟੀ ਕਰਕੇ ਵਧੀਆ ਇੰਪਰੂਵਮੈਂਟ ਜਿਹੜੀ ਆਪਣੀ ਆਰਗੇਨਾਈਜੇਸ਼ਨ ਦੇ ਵਰਕ ਵਿੱਚ ਕਰ ਸਕਦੇ ਨੇ। ਦੈਨ ਕੁਇਕ ਐਂਡ ਬੈਟਰ ਡਿਸੀਜ਼ਨ ਆਰ ਪੋਸੀਬਲ। ਜਦੋਂ ਬੇਟਾ ਜੀ ਡੈਲੀਗੇਸ਼ਨ ਆਫ ਅਥਾਰਟੀ ਕਰ ਦਿੱਤੀ, ਮਤਲਬ ਅਸੀਂ ਅਕੋਰਡਿੰਗ ਟੂ ਦਾ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਸੁਪੀਰੀਅਰ ਨੇ ਸਬਆਰਡੀਨੇਟਸ ਨੂੰ ਡਿਵਾਈਡ ਕਰ ਦਿੱਤੀ ਅਥਾਰਟੀ, ਤਾਂ ਉਹ ਆਪਣੀ ਬੇਸ ਦੇ ਉੱਪਰ ਜਿਵੇਂ ਵੀ ਚਾਹੇ ਉਹ ਆਪਣਾ ਵਰਕ ਕਰ ਸਕਦੇ ਆ, ਕਿਸੇ ਵੀ ਤਰੀਕੇ ਦੀ ਡਿਸੀਜ਼ਨ ਜਿਹੜੇ ਆ ਉਹਨਾਂ ਨੂੰ ਲੈ ਸਕਦੇ ਆ, ਜਸਟ ਉਹਨਾਂ ਨੇ ਵਰਕ ਨੂੰ ਕੰਪਲੀਟ ਕਰਨਾ ਹੈ ਵਿਦਿਨ ਅ ਟਾਈਮ। ਓਕੇ, the subordinate are granted sufficient authority so they need not to go to their superior for taking decision concerning the routine matter। ਤੇ ਜਦੋਂ ਉਹਨਾਂ ਕੋਲ ਬੇਟੇ ਅਥਾਰਟੀ ਹੁੰਦੀ ਆ ਤਾਂ ਈਜ਼ੀਲੀ ਕੋਈ ਵੀ ਡਿਸੀਜ਼ਨ ਖੁਦ ਲੈ ਸਕਦੇ ਆ, ਉਹਨਾਂ ਨੂੰ ਕਿਸੇ ਦੂਸਰੇ ਮੈਨੇਜਰ ਕੋ ਰੂਟੀਨ ਮੈਟਰਸ ਵਾਸਤੇ ਜਾਣਾ ਨਹੀਂ ਪੈਂਦਾ ਤੇ ਆਪਣਾ ਵਰਕ ਜਿਹੜਾ ਉਹਨੂੰ ਈਜ਼ੀਲੀ ਕੰਪਲੀਟ ਕਰ ਸਕਦੇ ਆ। ਦੈਨ ਹਾਈ ਮੋਰਲ ਆਫ ਸਬਆਰਡੀਨੇਟਸ। ਜਦੋਂ ਅਸੀਂ ਅਥਾਰਟੀ ਡੈਲੀਗੇਟ ਕਰ ਦਿੰਦੇ ਹਾਂ ਤੇ ਸੁਪੀਰੀਅਰ ਦਾ ਵਰਕ ਵੀ ਐਫੀਸ਼ੀਐਂਟਲੀ ਇਫੈਕਟਿਵਲੀ ਸਬਆਰਡੀਨੇਟ ਕਰਦੇ ਨੇ, ਦੇ ਕ੍ਰੀਏਟ ਆਪਰਚੁਨਿਟੀ ਕਿ ਉਹ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦਾ ਵਰਕ ਜਿਹੜਾ ਉਹਨੂੰ ਈਜ਼ੀਲੀ ਪਰਫਾਰਮ ਕਰ ਪਾਉਣਗੇ। And the last importance of delegation of authority, that is a better coordination। better coordination ਜਦੋਂ ਬੇਟਾ ਜੀ delegate ਕਰ ਦਿੱਤੀ authority, then pass responsibility to the subordinate and subordinate answerable to the superior ਜਿਹੜਾ ਕੰਮ ਉਹਨੇ ਦਿੱਤਾ ਆ, ਤੇ ਉਹਦੇ ਨਾਲ ਉਹਨਾਂ ਨੂੰ ਪਾਰ ਮਿਲ ਜਾਂਦੀ ਹੈ, ਡਿਊਟੀ ਮਿਲ ਜਾਂਦੀ ਹੈ, ਤੇ ਉਹਨਾਂ ਨੂੰ ਆਨਸਰ ਦੇਣ ਦੀ ਐਬਿਲਿਟੀ ਵੀ ਉਹਨਾਂ ਕੋਲ ਹੋ ਜਾਂਦੀ ਹੈ, ਤੇ ਜਿਹਦੇ ਨਾਲ ਉਹ ਕਿਸੇ ਵੀ ਜੌਬ ਪੋਜੀਸ਼ਨ ਦੇ ਉੱਪਰ ਜਾ ਕੇ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਆ ਤੇ ਆਪਣੀ ਇਫੈਕਟਿਵ ਕੋਆਰਡੀਨੇਸ਼ਨ ਇਨ ਬਿਟਵੀਨ ਦਾ ਆਰਗੇਨਾਈਜੇਸ਼ਨ ਬਣਾ ਸਕਦੇ ਆ ਐਂਡ ਈਜ਼ੀਲੀ ਉਹ ਅਚੀਵ ਕਰ ਸਕਦੇ ਆ ਆਪਣਾ ਟਾਰਗੇਟ ਆਫ ਦਾ ਆਰਗੇਨਾਈਜੇਸ਼ਨ। So this is the importance of the delegation. With this topic, delegation of authority topic is complete. Now next topic continue in next video. Thanks and have a nice day.